ਸਤਿਗੁਰ ਪ੍ਰਸਾਦਿ। ਖੋਜਤ ਫਿਰੈ ਅਸੰਖ ਅੰਤ ਨਾ ਪਾਰੀਓ। ਸੇ ਹੋਏ ਭਗਤ ਜਿਨਾ ਕਿਰਪਾਰੀਓ। ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਜਿਸ ਤਰ੍ਹਾਂ ਸੰਤਾਂ ਦੀ ਕਿਰਪਾ ਰੱਬ ਦੇ ਜਨਾਂ ਦੀ ਬਖਸ਼ਿਸ਼ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਖੋਜਤ ਫਿਰੈ ਅਸੰਖ ਅੰਤ ਨਾ ਪਾਰੀਆਂ। ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆਂ। ਅਣਗਿਣਤ ਹੀ ਪੁਰਸ਼ ਪਰਿਪੂਰਨ ਪਰਮਾਤਮਾ ਨੂੰ ਖੋਜਦੇ ਫਿਰਦੇ ਨੇ। ਅੰਤ ਕਿਸੇ ਨੇ ਨਹੀਂ ਪਾਇਆ। ਸੋਈ ਪੁਰਸ਼ ਪਰਮੇਸ਼ਰ ਦੇ ਭਗਤ ਨੇ। ਉਹ ਜਨ ਨੇ ਵਾਹਿਗੁਰੂ ਦੇ ਜਿਨ੍ਹਾਂ ਪਰ ਤਿਸ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਉਹਨਾਂ ਦਾ ਜਗਤ ਦੇ ਵਿੱਚ ਜਸ ਤੇ ਵਡਿਆਈ ਹੁੰਦੀ ਹੈ। ਵੇ ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜਿਨ੍ਹਾਂ ਨੇ ਟਹਿਲ ਘਾਲਣਾ ਕੀਤੀ ਪੂਰਨ ਮੁਰਸ਼ਦ। ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਦੀ ਸੇਵਾ ਟਹਿਲ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਮੁਰਸ਼ਦ ਕਾਮਲ ਤੇ ਮਰੀਦ ਆਮਲ ਤੇ ਰੱਬ ਸ਼ਾਮਲ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੋ ਸਾਲਾਨਾ ਵਰਸੀ 2 ਤਰੀਕ ਨੂੰ ਸ਼ੁਰੂ ਹੋਣੀ ਹੈ, ਕੱਲ੍ਹ ਨੂੰ ਅਖੰਡ ਪਾਠਾਂ ਦੇ ਭੋਗ 4 ਨੂੰ ਪੈਣਗੇ। ਫਿਰ 4 ਨੂੰ ਪ੍ਰਕਾਸ਼ ਹੋ ਕੇ ਸ੍ਰੀ ਅਖੰਡ ਪਾਠ ਸਾਹਿਬ। ਫਿਰ 6 ਨੂੰ ਸਵੇਰੇ 10 ਵਜੇ ਨਗਰ ਕੀਰਤਨ। ਫਿਰ ਰਾਤ ਨੂੰ ਭੋਗ ਪੈਂਦੇ ਨੇ। ਮਹਾਂਪੁਰਸ਼ਾਂ ਦੇ ਸਮਾਗਮ, ਸਤਿਪੁਰਸ਼ਾਂ ਦੀ ਵਡਿਆਈ ਜਗਤ ਵਿੱਚ ਹੁੰਦੀ ਹੈ। ਜੋ ਸਤਿਗੁਰੂ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ। ਖੋਜਤ ਫਿਰੈ ਅਸੰਖ ਅੰਤ ਨਾ ਪਾਰੀਆਂ। ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆਂ। ਅਣਗਿਣਤ ਪੁਰਸ਼ ਪਰਮੇਸ਼ਰ ਨੂੰ ਖੋਜਦੇ ਫਿਰਦੇ ਨੇ ਪਰ ਪ੍ਰਾਪਤੀ ਨਹੀਂ ਹੋਈ। ਅੰਤ ਕਿਸੇ ਨੇ ਨਹੀਂ ਪਾਇਆ। ਸੋਈ ਪੁਰਸ਼ ਪਰਮੇਸ਼ਰ ਦੇ ਭਗਤ ਸੰਤ ਨੇ ਜਿਨ੍ਹਾਂ ਤੇ ਤਿਸ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ। ਉਹਨਾਂ ਦਾ ਜਸ ਜਗਤ ਸੰਸਾਰ ਵਿੱਚ ਹੁੰਦਾ ਹੈ। ਖੋ ਵਾਰੀਆਂ ਹਰ ਵਾਰੀਆਂ। ਹੇ ਭਾਈ, ਮੈਂ ਸੰਤਾਂ ਪਰ ਬਲੇਖਾਰਨੇ ਜਾਂਦਾ। ਐਸੇ ਸੰਤ ਰੱਬ ਦੇ ਪਿਆਰੇ ਵਾਹਿਗੁਰੂ ਦੇ ਉੱਪਰੋਂ ਵੀ ਬਲੇਖਾਰੇ ਜਾਂਦਾ। ਕਿਉਂਕਿ ਉਹਨਾਂ ਸੰਤਾਂ ਤੋਂ ਬਲੇਖਾਰ ਕੁਰਬਾਨ ਜਿਨ੍ਹਾਂ ਨੇ ਆਪ ਬਖਸ਼ੀਸ਼ਾਂ ਲਈਆਂ ਤਰਲੋਕੀ ਦੇ ਮਾਲਕ ਤੋਂ ਇੱਕ ਹੋ ਗਏ। ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ। ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆਂ। ਮੈਂ ਤੱਕੀ ਓਟ ਸੰਤ ਹੈ ਲਿਹੋ ਉਬਾਰੀਆਂ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ। ਭਾਈ ਪਿਆਰਿਓ, ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆਂ। ਜੋ ਅਤੀ ਭੈ ਦੇ ਦੇਣ ਵਾਲਾ ਜਮ ਦਾ ਪੰਥ ਹੈ। ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ। ਜਿਸ ਮਾਰਗ ਦੇ ਕੋ ਵੀ ਗਿਣੇ ਨਹੀਂ ਜਾਂਦੇ। ਬੜਾ ਭੈ ਦੇਣ ਵਾਲਾ ਉਹ ਮਾਰਗ। ਬੜੀਆਂ ਸਜ਼ਾਵਾਂ ਨੇ, ਵੱਡੇ ਦੁੱਖ ਨੇ। ਤੈਨੂੰ ਸੁਣ ਸੁਣ ਕੇ ਡਰਦੇ ਖਾਂ। ਵੈਤਰਣੀ ਨਦੀ ਜੋ ਬਿਜ ਤੇ ਪਾਕ ਦੀ ਵਗਦੀ ਹੈ। ਅਸਪਤਰ ਬਾਣ ਅਗਨੀ ਦਾ ਕੁੰਡ ਕੁੰਭੀ ਨਰਕ ਆਦਿਕ ਭਿੰਨ ਭਿੰਨ ਨਰਕ ਨਹੀਂ। ਤਿਸ ਤੇ ਮੈਂ ਸੰਤ ਜਨਾਂ ਦੀ ਸ਼ਰਨ ਤੱਕੀ ਹੈ। ਪਾਤਸ਼ਾਹ ਫਰਮਾਉਂਦੇ ਨੇ ਕਿਉਂਕਿ ਐਸਾ ਡਰ ਤੇ ਭੈ ਸ਼ਰਨ ਰੱਬ ਦੇ ਜਨਾਂ ਦੀ ਲਈ ਹੈ।
ਵੇ ਭਗਤ ਕਬੀਰ ਜੀ ਮਹਾਰਾਜ ਪਾਵਨ ਬਚਨ ਕਹਿੰਦੇ ਨੇ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ। ਭਾਈ ਜਮਾਂ ਦੀ ਮਾਰ ਬੜੀ ਬੁਰੀ ਹੈ, ਸੋਟਾ ਬੜਾ ਬੁਰਾ ਹੈ, ਉਹ ਸਹਾਰਿਆ ਨਹੀਂ ਜਾਣਾ। ਭਗਤ ਜੀ ਫਰਮਾਉਂਦੇ ਨੇ, ਸਾਨੂੰ ਵੀ ਇੱਕ ਰੱਬ ਦਾ ਪਿਆਰਾ ਮਹਾਤਮਾ ਮਿਲਿਆ ਤੇ ਪੱਲੇ ਨਾਲ ਲਾ ਕੇ ਤਰ ਗਏ, ਤੁਸੀਂ ਵੀ ਲੱਗ ਜਾਵੋ, ਚਰਨ ਫੜ ਲਵੋ। ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆਂ, ਮੈਂ ਤੱਕੀ ਓਟ ਸੰਤ ਹੈ ਲਿਹੋ ਵਾਰੀਆਂ। ਹੇ ਸੰਤ ਜਨੋ, ਰੱਬ ਦੇ ਪਿਆਰੇ ਹੋ ਤੇ ਇਸ ਮਾਰਗ ਦੇ ਦੁੱਖ ਤੋਂ ਬਚਾ ਲਵੋ। ਮੋਹਨ ਲਾਲ ਅਨੂਪ ਸਰਬ ਸਾਧਾਰੀਆਂ, ਗੁਰ ਨੈਵ ਨੈਵ ਲਾਗੋਂ ਪਾਏ ਦਿਓ ਦਿਖਾਰੀਆਂ। ਪਾਤਸ਼ਾਹ ਫਰਮਾਉਂਦੇ ਨੇ, ਜੋ ਮੋਹਨ ਲਾਲ ਅਨੂਪ ਪਰਮੇਸ਼ਰ ਸਰਬ ਦਾ ਉਹੀ ਆਧਾਰ ਰੂਪ ਹੈ ਭਾਈ। ਹੇ ਸਤਿਗੁਰੂ ਗੁਰਦੇਵ, ਆਪ ਦੇ ਮੈਂ ਨਿਵ ਨਿਵ ਕੇ ਚਰਨਾਂ ਵਿੱਚ ਲੱਗਦਾ ਹਾਂ, ਜੋ ਤੈਨੂੰ ਮੇਰੇ ਤਾਈ ਦਿਖਾ ਦੇਵੇ। ਮੈਂ ਕੀਏ ਮਿੱਤਰ ਅਨੇਕ ਇਕ ਸੋ ਬਲਹਾਰੀਆਂ, ਸਭ ਗੁਣ ਕਿਸ ਹੀ ਨਾਹੀਂ ਹਰ ਪੂਰ ਭੰਡਾਰੀਆਂ। ਪਾਤਸ਼ਾਹ ਫਰਮਾਉਂਦੇ ਨੇ, ਅਨੇਕ ਦੇਵੀ ਦੇਵਤਿਆਂ ਦੇ ਸਾਥ ਵੀ ਮੈਂ ਪ੍ਰੀਤੀ ਕੀਤੀ, ਬੜੇ ਦੇਵੀ ਦੇਵਤਿਆਂ ਨੂੰ ਅਰਾਧਿਆ, ਬੜੀ ਪ੍ਰੀਤ ਕੀਤੀ। ਅਬ ਮੈਂ ਇੱਕ ਪਰਮੇਸ਼ਰ ਪਰ ਬਲਿਹਾਰਨੇ ਜਾਂਦਾ। ਇੱਕ ਪਰ ਕਿਉਂ ਬਲਿਹਾਰੇ ਹੁੰਦੇ ਹੋ? ਬੇਨਤੀ ਕੀਤੀ ਪਾਤਸ਼ਾਹ ਅੱਗੇ। ਸਤਿਗੁਰੂ ਕਹਿਣ ਲੱਗੇ, ਪਿਆਰਿਆ ਸਭ ਗੁਣ ਕਿਸ ਹੀ ਨਾਹੀਂ ਹਰ ਪੂਰ ਭੰਡਾਰੀਆ, ਸਾਰੇ ਗੁਣ ਕਿਸੇ ਵਿੱਚ ਵੀ ਨਹੀਂ। ਇਸ ਕਰਕੇ ਉਸ ਦਾਤੇ ਤੇ ਬਲਿਹਾਰ ਕੁਰਬਾਨ ਖਾਂ, ਸੰਪੂਰਨ ਗੁਣ ਹੋਰ ਕਿਸੇ ਵਿੱਚ ਹੈ ਹੀ ਨਹੀਂ। ਵਾਹਿਗੁਰੂ ਪਰਮੇਸ਼ਰ ਪੂਰਨ ਗੁਣਾਂ ਦਾ ਭੰਡਾਰ ਹੈ। ਇਹ ਪਾਤਸ਼ਾਹ ਦੇ ਬਚਨ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਹੇ ਸੱਚੇ ਸਾਹਿਬ, ਤੇਰੇ ਘਰ ਵਿੱਚ ਕੀ ਨਹੀਂ? ਤੇਰੇ ਘਰ ਵਿੱਚ ਤਾਂ ਸਭ ਕੁਝ ਹੈ, ਪਰ ਪਾਉਂਦਾ ਉਹੀ ਜਿਸ ਨੂੰ ਤੂੰ ਦਿੰਦਾ ਹੈ। ਕਿਉਂਕਿ ਉਸ ਮਾਲਕ ਦੇ ਭੰਡਾਰੇ ਸਤ ਸੰਗੀ ਜਨੋ ਭਰੇ ਪਏ ਨੇ, ਕੋਈ ਤੋਟ ਘਾਟਾ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਦੇਂਦਾ ਦੇ ਲੈਂਦੇ ਥੱਕ ਪਾ ਕੇ, ਜੁਗਾਂ ਜੁਗਾਂਤਰ ਖਾਹੀ ਖਾਹੇ, ਉਹ ਐਸਾ ਮਾਲਕ ਸਮਰੱਥ ਹੈ। ਚੌ ਦਿਸ ਜਪੀਐ ਨਾਉ ਸੂਖ ਸਵਾਰੀਆ, ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ। ਪਾਤਸ਼ਾਹ ਫਰਮਾਉਂਦੇ ਨੇ, ਐਸਾ ਵਾਹਿਗੁਰੂ ਦਾ ਨਾਮ ਚਾਰੋਂ ਦਿਸ਼ਾ ਦੇ ਵਿੱਚ ਆਪ ਦੀ ਕਿਰਪਾ ਨਾਲ ਜਪਿਆ ਜਾਂਦਾ ਹੈ। ਹੇ ਮੇਰੇ ਵਾਹਿਗੁਰੂ, ਜੋ ਸੁੱਖਾਂ ਦੇ ਦੇਣ ਵਾਲਾ ਔਰ ਪੁਰਸ਼ ਦੇ ਸਵਾਰਨ ਵਾਲਾ, ਰਚਣ ਵਾਲਾ ਮੇਰਾ ਵਾਹਿਗੁਰੂ, ਮੈਂ ਤੇਰੀ ਓਟ ਚਾਹੀ ਹੈ। ਮੈਂ ਬਲਿਹਾਰੇ ਜਾਂਦਾ ਹਾਂ, ਕੁਰਬਾਨ ਖਾਂ। ਗੋਰ ਕਾਢਿਓ ਭੁਜਾ ਬਸਾਰ ਮੋਹ ਕੂਪਾਰੀਆ, ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਓ। ਸਤਿਗੁਰੂ ਫਰਮਾਉਂਦੇ ਨੇ, ਐਸੀ ਬੇਨਤੀ ਕਰਿਆ, ਗੁਰੂ ਮੋਹ ਰੂਪੀ ਕੂਏ ਤੋਂ ਕਿਰਪਾ ਰੂਪੀ ਭੁਜਾ ਬਸਾਰ ਕੇ ਨਿਕਾਲ ਲਿਆ। ਜਦੋਂ ਬੇਨਤੀਆਂ ਕੀਤੀਆਂ ਗੁਰੂ ਅੱਗੇ, ਆਪ ਸਮਰੱਥ ਗੁਰੂ ਨੇ ਬਾਂਹ ਫੜ ਲਈ, ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ, ਆਪ ਬਾਂਹ
मैं अपार जन्म अनंत गुणा वाला अमोलक जित लिया, फिर नहीं हारांगा। ये अब जन्म मरण विच नहीं आवांगा। मैं पायो सरबन दान अकाथ कथारिया, हर दरगह शोभावंत बां लुडारिया। परमेश्वर दा जस, परिपूर्ण परमात्मा दी वडियाई, कथन करन रूप सर्ब निधियां दा खजाना पा लिया। वाहे गुरु दी दरगाह विच शोभावंत होवांगे, भुजा नूं लटका करके चलांगे। जिवें बाबा जी ने बख्शीशां करनियां, धन धन बाबा ईसर सिंह महाराज जी ने, कि भाई गुरु नानक दा घर बख्शीशां दा दर, सतगुरां दे चरण पासों, फिर कोई मोहताजगी अधीनगी नहीं। जो सतगुरु पातशाह फरमाउंदे ने, हर दरगह शोभावंत बां लुडारी, भुजा लटका के चलांगे, कोई परवाह नहीं। क्योंकि समर्थ गुरु दे जिन्हां ने चरण पड़दे, ते कोई लेखा जोखा नहीं। धर्म राय अब कहाँ करहग जो करहगो, जो फाटियो सगल अलेखा। धर्म राय की करेगा, जो लेखा ही पाड़ दिता। क्योंकि रब दे जन बड़े परिउपकारी हुंदे ने। ब्रह्म ज्ञानी परिउपकार उमाखा, उन्हां नूं चाह है तारना है उमाखा, कि भुलिया नूं मार्ग पाईए। सच्चे दी याद विच जोड़िए, बड़ा समझाउंदे ने, उपदेश दिंदे ने। पर जो समझ जावे, बचन नूं मन लवे, वो तर जांदा है। जो ना समझे ना मन्ने, वो सजावां दा पात्र बन जांदा है। क्योंकि रब दे जनां दे बचन अनमोल बचन हुंदे ने। जो पातशाह पावन बचन कहंदे ने, अमृत बचन साध की बाणी, जो जो जपै तिस की गत होवै, हर हर नाम रित रसन वखाणी। क्योंकि अमृतमयी वचन क्यों आखिया सतगुरां ने, साधु दे बचन। क्योंकि उन्हां दी रचना ते गुरु नानक आप बोलदा है। प्रभ जी वसै साध की रचना, नानक जन का दास न दसना। आप बैठा बोलदा, क्योंकि उस वाहे गुरु दी रजा तो उल्ट रब दे जन चलदे ही नहीं। दी रजा दे विच, दे हुक्म दे विच रहिंदे ने, कि मेरे मुर्शद मेरे समर्थ गुरु दा उपदेश संदेश है। जो पातशाह फरमाउंदे ने, मैं पायो सर्ब निधान अकाथ कथारिया, हर दरगह शोभावंत बां लुडारिया। निर्भै हो के जावांगे, कौन जिन्हां ने गुरु नानक दे चरण पासे ने। ते कोई डर भै नहीं, जम भी नेड़े नहीं आउंदा। शोभा हुंदी कि रब दे जनां दे सत संगी ने। जन नानक लद्दा रतन अमोल अपारिया, गुर सेवा भौ जल तरिया, कहो पुकारिया। अपार अमोल रतन प्राप्त होया, कि भाई मैं पुकार के कहंदा। पातशाह अपने आप नूं संबोधन करदे आ, पावन बचन कहंदे ने, गुर सेवा भौ जल तरिया, कहो पुकारिया। पातशाह फरमाउंदे ने, प्यारिओ मैं पुकार के कहंदा कि गुरु दी सेवा, मुर्शद दी टहल सेवा, संसार समुंदर तो तर जाईदा। सेवा करिया उत्तम फल मिलदे ने। गुरु की सेवा करिए, टहल करिए, क्योंकि सेवा कीती अजाई नहीं जाती। सतगुर की सेवा सफल है, जे को करे चित लाए। मन चिंदिया फल पावना, खौमै विचों जाए। क्योंकि गुरु की सेवा, गुर सेवा ते सुख उपजै,
ਫਿਰ ਦੁੱਖ ਨਾ ਲੱਗ ਗਏ। ਦੁੱਖ ਨੇੜੇ ਆਉਂਦਾ ਹੀ ਨਹੀਂ, ਕਿਉਂਕਿ ਗੁਰੂ ਦੀ ਸੇਵਾ, ਜੋ ਗੁਰੂ ਕੈਸੇ ਨੇ ਗੁਰ ਪਰਮੇਸ਼ਰ ਏਕੋ ਜਾਨ, ਇੱਕ ਕਰਕੇ ਜਾਣੀ, ਕਿਉਂਕਿ ਪਰਮੇਸ਼ਰ ਦਾ ਰੂਪ ਨੇ। ਉਹਨਾਂ ਨੇ ਰਿਝਾਇਆ ਆਪਣੇ ਮੁਰਸ਼ਦ ਸਮਰੱਥ ਵਾਹਿਗੁਰੂ ਨੂੰ, ਇੱਕ ਹੋ ਗਏ। ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ, ਗੁਰ ਸੇਵਾ ਭਉ ਜਲ ਤਰੀਐ ਕਹੋ ਪੁਕਾਰੀਐ। ਗੌੜੀ ਵਾਹਲਾ ਪੰਜੋ ਇਕ ਓੰਕਾਰ, ਸਤਿਗੁਰ ਪ੍ਰਸਾਦ। ਨਾਰਾਇਣ ਹਰਿ ਰੰਗ ਰੰਗੋ, ਜਪ ਜਿਹਵਾ ਹਰਿ ਏਕ ਮੰਗੋ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ। ਨਾਰਾਇਣ ਹਰਿ ਰੰਗ ਰੰਗੋ, ਜਪ ਜਿਹਵਾ ਹਰਿ ਏਕ ਮੰਗੋ। ਹੇ ਭਾਈ ਨਾਰਾਇਣ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ, ਆਪਣੇ ਮਨ ਨੂੰ ਰੰਗੋ, ਰੰਗ ਚਾੜੋ ਸੱਚੇ ਨਾਮ ਦਾ। ਜਿਹਵਾ ਕਰਕੇ ਜਪਣਾ ਇੱਕ ਵਾਹਿਗੁਰੂ ਦਾ ਮੰਗ ਲਵੋ। ਮੰਗਣਾ ਮੰਗ ਨਨੀਕਾ, ਹਰ ਜਸ ਗੁਰ ਤੇ ਮੰਗਣਾ। ਇਹ ਭਲਾ ਤੇ ਚੰਗਾ ਹੈ ਜੋ ਵਾਹਿਗੁਰੂ ਦਾ ਜਸ ਮੰਗੋ, ਕਿ ਹੇ ਮੇਰੇ ਵਾਹਿਗੁਰੂ ਗੁਰਦੇਵ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੇਰਾ ਨਾਮ ਜਪੀਏ, ਤੇਰੀ ਯਾਦ ਵਿੱਚ ਜੁੜੀਏ। ਇਹ ਮੰਗ ਮੰਗੋ। ਜਿਹਵਾ ਕਰਕੇ ਇੱਕ ਵਾਹਿਗੁਰੂ ਦੇ ਨਾਮ ਨੂੰ ਜਪੋ, ਉਸੀ ਤੋਂ ਮੰਗੋ, ਕਿਉਂਕਿ ਮੰਗਣਾ ਵੀ ਮਾਲਕ ਤੋਂ ਹੈ। ਉਹ ਮਾਲਕ ਕੈਸਾ ਹੈ? ਬਖਸ਼ੀਸ਼ਾਂ ਦਾ ਦਾਤਾ ਹੈ, ਬੜਾ ਦਿਆਲੂ, ਬੜਾ ਕਿਰਪਾਲੂ ਹੈ। ਤਾਜਹੁ ਮੈਂ ਗੁਰ ਗਿਆਨ ਭਜੋ, ਮੈਲ ਸੰਗਤ ਧੁਰ ਕਰਮ ਲਿਖਿਓ। ਹੰਕਾਰ ਨੂੰ ਤਿਆਗ ਕੇ ਗੁਰੂ ਦੇ ਗਿਆਨ ਨੂੰ ਸੇਵਨ ਕਰੋ। ਗੁਰ ਸ਼ਬਦੀ ਗੁਰਮਤੀਏ ਬਣੋ। ਗੁਰੂ ਦੀ ਸੰਗਤ ਤਾਂ ਮਿਲਦੀ ਜੇ ਆਦ ਤੋਂ ਸ਼ੁਭ ਕਰਮ ਲਿਖਿਆ ਹੋਇਆ ਹੋ। ਸੰਗਤ ਇੰਝ ਨਹੀਂ ਨਸੀਬ ਹੋ ਜਾਂਦੀ। ਸ਼ੁਭ ਕਰਮਾਂ ਤੋਂ ਬਿਨਾ ਭਾਗ ਹੋਆ, ਗੁਰ ਸੰਤ ਮਿਲਾਇਆ। ਪ੍ਰਭ ਅਵਨਾਸੀ ਘਰ ਮਹਿ ਪਾਇਆ, ਭਾਗ ਜਾਗਿਆ, ਰੱਬ ਦੇ ਜਨਾਂ ਦੀ ਸੰਗਤ ਮਿਲ ਗਈ। ਉਹ ਕਰਮ ਅੱਗੇ ਆਇਆ, ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਭਲਾ ਕਰਮ ਜਾਗ ਪਿਆ, ਰੱਬ ਦੇ ਜਨਾਂ ਦੇ ਚਰਨ ਪਲਸੇ ਨੇ, ਧੂੜੀ ਮਸਤਕ ਤੇ ਲਾਈ, ਬਖਸ਼ੀਸ਼ਾਂ ਲਈਆਂ। ਜੋ ਦੀਸੈ ਸੋ ਸੰਗ ਨਾ ਗਇਓ, ਸਾਕਤ ਮੂੜ ਲੱਗੇ ਪਚ ਮੋਇਓ। ਸਤਿਗੁਰੂ ਫਰਮਾਉਂਦੇ ਨੇ, ਜੋ ਸਨਬੰਧੀਆਂ ਦਾ ਸਮੁਦਾਇ, ਵਿਭੂਤੀ ਦਾ ਵਿਸਤਾਰ ਦਿਖਾਈ ਦਿੰਦਾ। ਆਪਾਂ ਦੇਖਦੇ ਹਾਂ ਕਿ ਬੜੇ ਸਨਬੰਧੀ ਨੇ, ਬੜੀ ਵਿਭੂਤੀ, ਵੱਡੇ ਆਡੰਬਰ ਰਚੇ ਨੇ ਜਗਤ ਵਿੱਚ। ਦੇਖਦੇ ਤੱਕਦੇ ਹਾਂ, ਸੁਣਦੇ ਹਾਂ, ਸੋ ਕਿਸੀ ਦੇ ਸਾਥ ਨਹੀਂ ਗਿਆ। ਜੋ ਸਾਕਤ ਮੂਰਖ ਨੇ, ਸੋ ਨਾਸ ਰੂਪ ਅਦਾਲਤਾਂ ਵਿੱਚ ਲੱਗੇ ਹੋਏ ਪਚ ਕਰਕੇ ਮ੍ਰਿਤਕ ਹੋ ਗਏ। ਇਸ ਜਨਮ ਦਾ ਉਹਨਾਂ ਨੇ ਲਾਹਾ ਨਹੀਂ ਲਿਆ। ਸਵਰਸ਼ ਨਿਰਮਲ ਕਰਮ ਨਹੀਂ ਕੀਤੇ। ਕੋਟੇ ਕਰਮਾਂ ਦੇ ਵਿੱਚ, ਮਨ ਮੁਕਤਾ ਵਿੱਚ ਸਾਰੀ ਯਾਦ ਬਲਾ ਬਤੀਤ ਕਰ ਦਿੱਤੀ। ਮੋਹਨ ਨਾਮ ਸਦਾ ਰਵ ਰਹਿਓ, ਕੋਟ ਮਦੇ ਕਿਨੈ ਗੁਰਮੁਖ ਲਹਿਓ। ਜੋ ਮੋਹਨ ਨਿਤ ਰੂਪ ਸਰਬ ਦੇ ਵਿੱਚ ਰਵ ਰਹਿਆ, ਜਿਸ ਦਾ ਨਾਮ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਲਿਆ। ਖੈਣ ਵੇਲੇ ਨਾਹੀ ਘਣੇ,
ਫੈਲ ਫਕੜ ਸੰਸਾਰ, ਘਣੀ ਨਹੀਂ ਆਕਿਓ ਵੇਲੇ ਨੇ। ਰੱਬ ਦੇ ਪਿਆਰੇ ਜੋ ਜਪਦੇ ਨੇ ਸੁਣਦੇ ਨੇ। ਹਰ ਸੰਤਨ ਕਰ ਨਮੋ ਨਮੋ, ਨੌ ਨਿਧ ਪਾਵੇਂ ਅਤੁੱਲ ਸੁਖੋ। ਨਾਮ ਲੈਣ ਵਾਲੇ ਜੋ ਵਾਹੇ ਗੁਰੂ ਦੇ ਸੰਤ ਮਹਾਤਮਾ ਨੇ, ਤਿਨਾਂ ਨੂੰ ਮਨ ਕਰਕੇ ਨਮੋ, ਬਾਣੀ ਕਰਕੇ ਨਮਸਕਾਰ ਕਰੋ। ਕਰ ਡੰਡੌਤ ਪੁੰਨ ਵੱਡਾ ਹੈ, ਵੱਡਾ ਪੁੰਨ ਮਿਲਦਾ ਹੈ। ਕਿਉਂਕਿ ਰੱਬ ਦੇ ਜਨਾਂ ਨੂੰ ਜੋ ਆਪਾਂ ਮੱਥਾ ਵੀ ਟੇਕਦੇ ਹਾਂ, ਸ਼ਰਧਾ ਸੁਪੰਨ ਹੋ ਕੇ ਵੱਡਾ ਪੁੰਨ ਮਿਲਦਾ ਹੈ। ਕਿਉਂਕਿ ਨੌ ਨਿਧ ਅਤੁੱਲ ਸੁਖ ਪਾਵੋਗੇ। ਕਿਉਂਕਿ ਸਾਧੂ ਜਿਨ੍ਹਾਂ ਦੇ ਸਵੱਛ ਨਿਰਮਲ ਕਰਮ ਨੇ, ਉਹ ਸਾਧਕ ਹੈ। ਸਾਧੂ ਦੇ ਦਰਸ਼ਨ, ਸਾਧੂ ਦੇ ਚਰਨ ਪਾਸਿਆਂ ਬਖਸ਼ਿਸ਼ਾਂ ਮਿਲਦੀਆਂ ਨੇ। ਕਿਉਂਕਿ ਉਹ ਪਰਮੇਸ਼ਰ ਮੇਰਾ ਵਾਹਿਗੁਰੂ ਬੜਾ ਪ੍ਰਸੰਨ ਹੁੰਦਾ ਹੈ ਕਿ ਮੇਰੇ ਸਪੁੱਤਰ ਜਨ ਦੇ ਚਰਨ ਪਾਸੇ ਨੇ। ਬਚਨ ਮੰਨਿਆ, ਫਿਰ ਤਰਲੋਕੀ ਦੇ ਮਾਲਕ ਦੀ ਪ੍ਰਸੰਨਤਾ ਹੋ ਜਾਂਦੀ ਹੈ। ਜੇ ਕੋਈ ਦੁੱਖ ਦਵੇ ਰੱਬ ਦੇ ਜਨ ਨੂੰ, ਫਿਰ ਉਸਦੀ ਪ੍ਰਸੰਨਤਾ ਨਹੀਂ ਹੁੰਦੀ, ਰਾਜਗੀ ਆ ਜਾਂਦੀ ਹੈ। ਜਿਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਏਮਨਾਬਾਦ ਗਏ, ਬਾਹਰ ਸਤਿਗੁਰਾਂ ਨੇ ਡੇਰਾ ਲਾਇਆ। ਇਕਾਂਤ ਵਿੱਚ ਜੰਗਲ ਵਿੱਚ ਪਾਤਸ਼ਾਹ ਬਿਰਾਜਮਾਨ ਹੋਏ। ਕਾਫੀ ਸਾਧੂਆਂ ਦੀ ਮੰਡਲੀ ਨਾਲ ਸੀ ਗੁਰਦੇਵ ਦੇ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਪਾਤਸ਼ਾਹ ਹੁਕਮ ਹੋਵੇ ਸ਼ਹਿਰ ਵਿੱਚ ਜਾਈਏ, ਕੁਝ ਮੰਗ ਲਿਆਈਏ, ਛਕ ਵੀ ਆਈਏ। ਸਾਧੂਆਂ ਨੂੰ ਵੀ ਬੜੀ ਭੁੱਖ ਹੈ, ਮੈਨੂੰ ਵੀ। ਪਾਤਸ਼ਾਹ ਨੇ ਆਗਿਆ ਦੇ ਦਿੱਤੀ, ਚਲੇ ਗਏ। ਕੁਝ ਸਾਧੂ ਵੀ ਨਾਲ ਗਏ ਭਾਈ ਮਰਦਾਨੇ ਦੇ। ਉਹ ਸ਼ਹਿਰ ਵਿੱਚ ਪਹੁੰਚੇ। ਉੱਥੋਂ ਦੇ ਹੰਕਾਰੀ ਪਠਾਨ, ਜਿਨ੍ਹਾਂ ਨੇ ਬੜੇ ਕਬੂਲ ਵੀ ਬੋਲੇ, ਮੱਧ ਵਿੱਚ ਮਸਤ ਹੰਕਾਰੀ ਸੀ, ਧੱਕੇ ਮਾਰੇ। ਜੋ ਸਤਿਗੁਰਾਂ ਨੂੰ ਇਹ ਵਿਥਿਆ ਦੱਸੀ, ਫਿਰ ਪਾਤਸ਼ਾਹ ਨੇ ਬਚਨ ਵੀ ਕੀਤਾ ਸੀ, ਆਉਂਦੇ ਹੋਏ ਭਾਈ ਲਾਲੋ ਜੀ ਨੂੰ ਨਾਲ ਲੈ ਕੇ ਆਉਣਾ। ਭਾਈ ਲਾਲੋ ਜੀ ਵੀ ਆ ਗਏ। ਜਦੋਂ ਪਾਤਸ਼ਾਹ ਨੂੰ ਦੱਸਿਆ ਭਾਈ ਮਰਦਾਨੇ ਨੇ ਕਿ ਪਾਤਸ਼ਾਹ ਉਹਨਾਂ ਨੇ ਇੰਝ ਕੀਤਾ ਸਾਡੇ ਨਾਲ, ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਤਕਾਲ ਬਾਣੀ ਉਚਾਰ ਦਿੱਤੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਭਾਈ ਲਾਲੋ ਹੱਥ ਜੋੜੀ ਖਲੋਤਾ ਹੈ, ਗਲ ਵਿੱਚ ਪੱਲੂ ਪਾਇਆ ਹੈ। ਪਾਤਸ਼ਾਹ ਕੀ ਵਚਨ ਕਹਿ ਰਹੇ ਹੋ? ਸਤਿਗੁਰੂ ਕਹਿਣ ਲੱਗੇ, ਮੇਰੇ ਭਗਤ ਮੇਰੇ ਪਿਆਰੇ ਨੇ, ਜੋ ਇਹਨਾਂ ਨੂੰ ਦੁੱਖ ਦਵੇ ਉਹ ਮੇਰੇ ਤੋਂ ਜਰਿਆ ਨਹੀਂ ਜਾਂਦਾ। ਇਹ ਭਾਣਾ ਵਰਤੇਗਾ। ਫਿਰ ਐਸਾ ਹੀ ਭਾਣਾ ਵਰਤਿਆ। ਬਾਬਰ ਆਇਆ, ਉਸ ਦੋ ਤੀਜੇ ਦਿਨ ਬੜੇ ਅਤਿਆਚਾਰ ਹੋਏ। ਜੋ ਸਤਿਗੁਰਾਂ ਦੀ ਬਾਣੀ ਵਿੱਚ ਸਾਰੇ ਸ਼ਬਦ ਗੁੰਥਨ ਕੀਤੇ ਨੇ, ਬਖਸ਼ਿਸ਼ਾਂ ਕੀਤੀਆਂ ਨੇ। ਕਿਸ ਤਰ੍ਹਾਂ ਫਿਰ ਭਾਣਾ ਵਰਤਿਆ? ਕਿਉਂਕਿ ਰੱਬ ਦੇ ਜਨ ਸਾਧੂ ਮਖਾਤਮਾ, ਉਹ ਰੱਬ ਦੇ ਸਪੁੱਤਰ ਹੁੰਦੇ ਨੇ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਧਾਤਾ। ਜਿਨ੍ਹਾਂ ਨੇ ਪਰਮੇਸ਼ਰ ਨੂੰ, ਸਤਿਗੁਰੂ ਨੂੰ ਸੋਤਰਾ ਬਣਾਇਆ, ਉਹ ਰੱਬ ਦੇ ਜਨ ਭਗਤ ਨੇ। ਉਹਨਾਂ ਦਾ ਜਨਮ ਸਫਲ ਹੈ। ਜੋ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਨੈਣ ਅਲੋਵੋ ਸਾਧ ਜਨੋ, ਹਿਰਦੈ ਗਾਵੋ ਨਾਮ ਨਿਧੋ। ਨੇਤਰਾਂ ਤੋਂ ਸਾਧੂ ਜਨਾਂ ਦਾ ਦਰਸ਼ਨ ਕਰੋ, ਇਹਨਾਂ ਨੇਤਰਾਂ ਕਰਕੇ। ਨੈਣ ਅਲੋਵੋ ਸਾਧ ਜਨੋ, ਇਹ ਨੇਤਰ ਵੀ ਸਫਲ ਹੋ ਜਾਵਣਗੇ। ਪਰਮੇਸ਼ਰ ਦੇ ਨਾਮ ਜੋ ਨਿਧ ਰੂਪ ਹੈ, ਵਾਹਿਗੁਰੂ ਦਾ ਨਾਮ, ਹਿਰਦੇ ਵਿੱਚ ਤਿਸ ਨੂੰ ਗਾਵੋ, ਚਿੰਤਨ ਕਰੋ ਨਾਮ ਨੂੰ। ਕਾਮ ਕ੍ਰੋਧ ਲੋਭ ਮੋਹ ਤਜੋ, ਜਨਮ ਮਰਨ ਦੋਹਾਂ ਤੇ ਰਹਿਓ। ਕਾਮ ਕ੍ਰੋਧ ਲੋਭ ਮੋਹ ਨੂੰ ਤਿਆਗ ਦਵੋ। ਇਹ ਵਿਕਾਰ ਤੁਹਾਨੂੰ ਨਰਕ ਦਾ ਭਾਗੀ ਬਣਾ ਦੇਵਣਗੇ। ਕਿਉਂਕਿ ਜਿਸ ਨੇ ਤਿਆਗਿਆ,
ਸੋ ਜਨਮ ਮਨ ਦੋਨਾਂ ਤੋਂ ਰਹਿਤ ਹੋ ਗਏ। ਜਿਨ੍ਹਾਂ ਨੇ ਤਿਆਗ ਕੀਤਾ, ਲੜ ਲੱਗੇ ਗੁਰੂ ਨਾਨਕ ਦੇ ਜੰਮਣ ਮਰਨ ਨਾ ਤਿੰਨ ਕੋ ਜੋ ਹਦ ਲੜ ਲਾਗੇ। ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਦੁਖ ਅੰਧੇਰਾ ਘਰ ਤੇ ਮਿਟਿਓ, ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ। ਜਬ ਗੁਰੂ ਕਰਕੇ, ਗੁਰਾਂ ਕਰਕੇ ਦ੍ਰਿੜਾਇਆ ਹੋਇਆ ਗਿਆਨ, ਦੀਪਕ ਪ੍ਰਕਾਸ਼ ਹੋਇਆ, ਤਬ ਦੁੱਖ ਅਗਿਆਨ ਰੂਪੀ ਅੰਧੇਰਾ ਹਿਰਦੇ ਤੋਂ ਮਿਟ ਗਿਆ। ਕਿਉਂਕਿ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਿਉਂਕਿ ਕਿਰਪਾ ਮੇਰੇ ਵਾਹਿਗੁਰੂ ਦੀ ਹੀ ਹੁੰਦੀ ਹੈ। ਜੇ ਰੱਬ ਦਾ ਜਨਮ ਵੇਲੇ ਇੰਜ ਨਹੀਂ ਮਿਲਦਾ ਜੋ ਪੂਰਾ ਹੈ। ਇਹ ਕਿਰਪਾ ਮੇਰੇ ਵਾਹਿਗੁਰੂ ਦੀ ਹੋਵੇ ਫਿਰ ਮੇਲ ਹੁੰਦਾ। ਇਹ ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ। ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਭਾਈ ਪੂਰੇ ਨੂੰ ਮਿਲਣਾ। ਇਸ ਸੰਗਤ ਨੇ ਬੇਨਤੀ ਕੀਤੀ, ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਮਹਾਂਪੁਰਖੋ ਪੂਰਾ ਕਿਵੇਂ ਮਿਲੇਗਾ, ਅਸੀਂ ਤਾਂ ਲਗਭਗ ਜੀਵ। ਬਾਬਾ ਜੀ ਕਹਿਣ ਲੱਗੇ, ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਹਾਜ਼ਰਾ ਹਜ਼ੂਰ ਬੈਠੇ ਨੇ। ਸਤਿਗੁਰੂ ਪਾਤਸ਼ਾਹ ਅੱਗੇ ਅਰਦਾਸਾਂ ਬੇਨਤੀਆਂ ਕਰੋਗੇ, ਆਪ ਮਿਲਾਵਣਗੇ। ਹਰ ਕਿਰਪਾ ਤੇ ਸੰਤ ਭੇਟਿਆ, ਆਪ ਮਿਲਾਵੇਗਾ, ਨਾਨਕ ਮਨ ਪ੍ਰਗਾਸ। ਕਿਉਂਕਿ ਜਦੋਂ ਗੁਰੂ ਅੱਗੇ ਅਰਦਾਸ ਕਰੋਗੇ ਫਿਰ ਗੁਰੂ ਮਿਲਾਉਂਦਾ ਹੈ, ਗੁਰੂ ਬਖਸ਼ਿਸ਼ਾਂ ਕਰਦਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਜਿਨ ਸੇਵਿਆ ਸੋ ਪਾਰ ਪਰਿਓ, ਜਨ ਨਾਨਕ ਗੁਰਮੁਖ ਜਗਤ ਤਰਿਓ। ਜਿਨ੍ਹਾਂ ਨੇ ਭਾਈ ਸੇਵਿਆ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਵੇਖੇ ਦੁੱਖਾਂ ਤੋਂ ਪਾਰ ਹੋ ਗਿਆ। ਉਹ ਵਿਸ਼ਿਆਂ ਵਿੱਚ ਵਿਕਾਰਾਂ ਦੇ ਸੁੱਖ ਤੁੱਛ ਜਾਣਦਾ ਹੈ, ਤਾਂ ਜ਼ਹਿਰ ਵਤ ਨਹੀਂ। ਜਿਨ ਸੇਵਿਆ ਸੋ ਪਾਰ ਪਰਿਓ, ਪਾਰ ਹੋ ਗਿਆ। ਜਨ ਨਾਨਕ ਗੁਰਮੁਖ ਜਗਤ ਤਰਿਓ। ਉਹ ਗੁਰੂ ਦੁਆਰੇ ਗੁਰਮਤੀਆ ਗੁਰ ਸ਼ਬਦੀ ਬਣ ਕੇ ਭਵ ਸਾਗਰ ਜਗਤ ਤੋਂ ਭਾਈ ਤਰ ਗਿਆ ਹੈ। ਗੌੜੀ ਮਹਲਾ ਪੰਜਵਾਂ। ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰਾ ਮਨ ਸਭ ਸੁਖ ਪਾਇਓ। ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਭੈ ਅਨੁਭਵ ਸਿਧਾਂਤ ਜਣਾਉਂਦੇ ਹੋਏ ਪਾਤਸ਼ਾਹ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਨੇ। ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰਾ ਮਨ ਸਭ ਸੁਖ ਪਾਇਓ। हे ਭਾਈ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ, ਗੁਰੂ ਗੁਰੂ ਜਪਦਿਆਂ ਹੋਇਆਂ ਸਾਡੇ ਭਰਮ ਚਲੇ ਗਏ। ਆ ਮੇਰੇ ਮਨ ਨੇ ਸਾਰੇ ਸੁੱਖ ਪਾ ਲਏ। ਕਿਉਂਕਿ ਜਿਨ੍ਹਾਂ ਨੇ ਜਪਿਆ ਪਰਮੇਸ਼ਰ ਦਾ ਨਾਮ, ਗੁਰੂ ਗੁਰੂ ਵੀ ਜਪ ਲਿਆ, ਭਰਮਾਂ ਦੀ ਨਿਵਰਤੀ ਹੋ ਗਈ। ਇਹ ਮਨ ਜੋ ਅਸ਼ਾਂਤ ਸੀ, ਚਿੰਤਾ ਤੋਂ ਸੀ, ਆਦੀਆਂ ਵਿਆਦੀਆਂ ਉਪਾਧੀਆਂ ਵਿੱਚ ਰਚਿਆ ਸੀ, ਸੁੱਖਾਂ ਵਿੱਚ ਪ੍ਰਕਾਸ਼ ਹੋ ਗਿਆ, ਸੁੱਖਾਂ ਵਿੱਚ ਵਾਸਾ ਹੋ ਗਿਆ, ਮਨ ਖਿੜ ਗਿਆ। ਆਨੰਦ ਤੇ ਖੇੜੇ ਵਿੱਚ ਇਸ ਮਨ ਵਿੱਚ ਖੁਸ਼ੀ ਆ ਗਈ, ਜਿਵੇਂ ਮੁਰਝਾਇਆ ਰਹਿੰਦਾ ਸੀ। ਜਿਵੇਂ ਮਨੁੱਖ ਸੁਤੇ ਕਹਿੰਦਾ ਮਨ ਵਿੱਚ ਖੁਸ਼ੀ ਨਹੀਂ ਆਉਂਦੀ, ਚਿੰਤਾ ਤੁਰ ਮੁਰਝਾਇਆ ਰਹਿੰਦਾ। ਉਹ ਮਨ ਖੇੜੇ ਵਿੱਚ ਖੁਸ਼ੀ ਵਿੱਚ ਆ ਜਾਂਦਾ ਜਦੋਂ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਬਲ ਤੋ ਜਲ ਤੋ ਧੋ ਕਿਆ, ਗੁਰ ਚੰਦਨ ਸੀਤ ਲਾਇਓ। ਪਾਤਸ਼ਾਹ ਫਰਮਾਉਂਦੇ ਨੇ,
ਆਪਣੇ ਸੰਕਲਪਾਂ ਰੂਪੀ ਪ੍ਰਜੁਲਤ ਜੋ ਵੈ ਸੰਤਰ ਸੀ, ਇਸ ਵੇਖੇ ਦਗਧ ਹੋ ਰਿਹਾ ਸੀ, ਕਿਉਂਕਿ ਸੰਕਲਪ ਤੇ ਵਿਕਲਪੇ ਫੁਰਨੇ ਫੁਰਦੇ ਨਹੀਂ ਆਪਣੇ ਮਨ। ਸੰਕਲਪ ਫੁਰਨਾ ਫੁਰਿਆ ਕਿ ਅੱਜ ਗੁਰੂ ਘਰ ਜਾਣਾ, ਵਿਕਲਪ ਹੋਇਆ ਕਿ ਅੱਜ ਨਹੀਂ ਕੱਲ੍ਹ ਜਾਣਾ। ਇਹ ਸੰਕਲਪ ਤੇ ਵਿਕਲਪ ਨਹੀਂ, ਇਹ ਮਨ ਦੀ ਖੇਡ ਹੈ। ਮਨ ਹੀ ਕਹਿੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਬਲ ਤੋਂ ਜਲ ਤੋਂ ਤਉ ਕਿਆ ਗੁਰ ਚੰਦਨ ਸੀਤ ਲਾਇਓ। ਜਾਂ ਮੇਰੇ ਅੰਤਿਸ਼ ਕਰਨ ਵਿੱਚ ਗੁਰੂ ਨੇ ਉਪਦੇਸ਼ ਰੂਪੀ ਚੰਦਨ ਛਿੜਕਿਆ, ਹਿਰਦਾ ਸ਼ਾਂਤ ਹੋ ਗਿਆ। ਕਿਉਂਕਿ ਗੁਰੂ ਦੀ ਬਖਸ਼ਿਸ਼ ਐਸੀ ਹੈ। ਗੁਰੂ ਦਾ ਉਪਦੇਸ਼ ਕੈਸਾ, ਕਬੀਰ ਸਤਿਗੁਰ ਸੂਰਮੇ ਵਾਹਿਆ ਵਾਣ ਜੋਏ। ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸਿੱਖ। ਹਿਰਦਾ ਬਿੰਨਿਆ ਗਿਆ, ਹਿਰਦਾ ਪ੍ਰੇਮ ਦੇ ਵਿੱਚ ਭਿੱਜ ਗਿਆ, ਜੁੜ ਗਿਆ ਕਿ ਮੇਰੇ ਗੁਰੂ ਦੇ ਬਚਨ ਨੇ। ਫਿਰ ਬਚਨ ਮੰਨ ਲਿਆ, ਉਤਰ ਗਿਆ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀਪ ਆਇਓ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਬਖਸ਼ਿਸ਼ ਹੋਈ, ਗਿਆਨ ਸੂਰਜ ਦਾ ਪ੍ਰਕਾਸ਼ ਹੋ ਗਿਆ, ਅਗਿਆਨ ਦਾ ਨਾਸ ਹੋ ਗਿਆ। ਉਸੀ ਕਾਲ ਵਿੱਚ ਅੰਧੇਰਾ ਮਿਟ ਗਿਆ। ਭਾਵਕ ਸਾਗਰ ਗਹਿਰੋ ਚਰ ਸੰਤਨ ਨੌਵਤ ਰਾਇਓ। ਦੁੱਖਾਂ ਰੂਪੀ ਅਗਨੀ ਦਾ ਸਾਗਰ ਜੋ ਸੰਸਾਰ ਇਹ ਡੂੰਘਾ ਹੈ, ਦੁੱਖਾਂ ਦਾ ਸਮੁੰਦਰ ਹੈ ਮਾਨੋ। ਸੰਤ ਜਨਾਂ ਨੇ, ਰੱਬ ਦੇ ਜਨਾਂ ਨੇ ਭਗਤੀ ਰੂਪੀ ਨੌਕਾ ਪਰ ਚੜਾ ਕੇ ਤਾਰਿਆ। ਇਹ ਬਾਬਾ ਜੀ ਨੇ ਬਖਸ਼ੀਸ਼ਾਂ ਕਰਨੀਆਂ, ਧੰਨ ਧੰਨ ਭਾਈ ਸਤ ਸਿੰਘ ਮਹਾਰਾਜ ਜੀ ਨੇ। ਭਾਈ ਨਾਮ ਬੇੜੀ ਸੰਤ ਮਲਾ ਪਾਰ ਕਰਦੇ ਖਾਮਖਾ। ਨਾਮ ਬੇੜੀ ਹੈ, ਸੰਤ ਮਲਾ ਨੇ ਉਹ ਜਪਦੇ ਨੇ, ਜਪਾਉਂਦੇ ਨੇ, ਉਸ ਬੇੜੀ ਤੇ ਚਾੜ ਦਿੰਦੇ ਨੇ। ਭਾਈ ਜਪੋ ਤਦ ਜਾਵੋਗੇ। ਜੋ ਪਾਤਸ਼ਾਹ ਫਰਮਾਉਂਦੇ ਨੇ, ਭਾਵਕ ਸਾਗਰ ਗਹਿਰੋ ਚਰ ਸੰਤਨ ਨੌਬਤ ਰਾਇਓ। ਰੱਬ ਦੇ ਜਨਾਂ ਨੇ ਭਗਤੀ ਰੂਪੀ ਨੌਕਾ ਕਿਉਂ ਬੇੜੀ ਭਗਤੀ ਦੀ ਚੜਾ ਦਿੱਤਾ, ਤਾਰ ਲਿਆ। ਬੇਨਤੀ ਕੀਤੀ ਗਰੀਬ ਨਵਾਜ ਪਾਤਸ਼ਾਹ, ਆਪ ਜੀ ਨੇ ਕਿਹੜਾ ਕਰਮ ਕੀਤਾ ਸੀ, ਐਸਾ ਕਿਹੜਾ ਕਰਮ ਕੀਤਾ ਸੀ ਜਿਸ ਕਰਕੇ ਮਹਾਤਮਾ ਨੇ ਬੇੜੀ ਤੇ ਚਾੜ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਬਚਨ, ਨਾ ਹਮ ਕਰਮ ਨਾ ਧਰਮ ਸੋਚ, ਪ੍ਰਭ ਗਹਿ ਭੁਜਾ ਆਪਾਇਓ। ਨਾ ਹਮ ਤਾ ਕਰਮ ਨਾ ਧਰਮ ਸੋਚ, ਪ੍ਰਭ ਗਹਿ ਭੁਜਾ ਆਪ, ਗਹਿ ਭੁਜਾ ਆਪ ਆਇਓ। ਅਸਾਂ ਨੇ ਨਾ ਕੁਛ ਕਰਮ ਕੀਤਾ ਸੀ, ਨਾ ਧਰਮ ਕੀਤਾ, ਨਾ ਪਾਵਨਤਾ ਕੀਤੀ। ਪ੍ਰਭੂ ਦੇ ਭੁਜਾ ਪਕੜ ਕੇ, ਪ੍ਰਭੂ ਗਹਿ ਭੁਜਾ ਆਪ ਆਇਓ। ਪ੍ਰਭੂ ਨੇ ਭੁਜਾ ਫੜ ਲਈ, ਆਪਣਾ ਬਣਾ ਲਿਆ। ਕਿਉਂਕਿ ਸਮਰੱਥ ਗੁਰੂ ਬਾਂਹ ਫੜਦਾ ਹੈ। ਜੋ ਗੁਰੂ ਦਾ ਬਣ ਜਾਵੇ ਤੇ ਗੁਰੂ ਬਾਂਹ ਫੜਦਾ ਹੈ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ, ਉਹ ਪਾਰ ਹੋ ਜਾਂਦਾ ਹੈ। ਭਉ ਖੰਡਨ ਦੁਖ ਭੰਜਨੋ, ਭਗਤ ਵਸਲ ਹਰਿ ਨਾਇਓ। ਭੈ ਦੇ ਖੰਡਣ ਵਾਲੇ, ਦੁੱਖਾਂ ਦੇ ਦੂਰ ਕਰਨ ਵਾਲੇ, ਭਗਤਾਂ ਦੇ ਪਿਆਰੇ ਮੇਰੇ ਵਾਹੇ ਗੁਰੂ ਦੇ ਨਾਮ ਨੇ। ਜਿਨ੍ਹਾਂ ਨੇ ਨਾਮ ਨੂੰ ਜਪਿਆ, ਉਹਨਾਂ ਦੀ ਪੈਜ ਗੁਰੂ ਨਾਨਕ ਨੇ ਰੱਖੀ ਹੈ, ਰੱਖਦਾ ਵੀ ਹੈ। ਅਨਾਥ ਹੈ ਨਾਥ ਕਿਰਪਾਲ ਦੀਨ, ਸਮਰੱਥ ਸੰਤ ਓਟਾਇਓ। ਪੂਰਬ ਕੁਤ ਜਾਣ ਕੇ ਐਸੀ ਬੇਣੀ ਕੀਤੀ, ਇਹ ਅਨਾਥਾਂ ਦੇ ਨਾਥ, ਹੇ ਦੀਨਾ ਪਰ ਕਿਰਪਾਲੂ ਮੇਰੇ ਗੁਰੂ ਨਾਨਕ, ਹੇ ਸਮਰੱਥ ਮੇਰੇ ਵਾਹਿਗੁਰੂ, ਤੂੰ ਸੰਤਾਂ ਦਾ ਆਸਰਾ ਰੂਪ ਹੈ। ਸੰਤ ਤੇਰੇ ਨੇ, ਤੂੰ ਸੰਤਾਂ ਦਾ ਹੈ। ਨਿਰਗੁਣਿਆਰੇ ਕੀ ਬੇਨਤੀ, ਦੇਹੋ ਦਰਸ ਹਰਿ ਰਾਇਓ।
ਮੈਂ ਨਿਰਗੁਣ ਯਾਰੇ ਦੀ। ਖੇ ਗਰੀਬ ਨਵਾਜ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਜੀ ਕੀ ਬੈਠਾ ਹੋਏ ਸੋ ਗੁਰ ਪਹਿ ਅਰਦਾਸ ਕਰ। ਕੋਈ ਦੁੱਖ ਹੈ ਗੁਰੂ ਅੱਗੇ ਅਰਦਾਸ ਕਰ, ਕਿਉਂਕਿ ਗੁਰੂ ਸਮਰੱਥ ਨੇ, ਆਪ ਜਗਤ ਦੇ ਮਾਲਕ ਨੇ, ਆਪ ਨਿਰਗੁਣ ਤੋਂ ਸਰਗੁਣ ਦੇ ਰੂਪ ਵਿੱਚ ਆਏ ਨੇ। ਨਿਰਗੁਣ ਯਾਰੇ ਕੀ ਬੇਨਤੀ, ਦੇਹੋ ਦਰਸ ਹਰ ਰਾਇਓ। ਖੇ ਮੇਰੇ ਗਰੀਬ ਨਵਾਜ ਪਾਤਸ਼ਾਹ ਮੇਰੇ ਵਿੱਚ ਕੋਈ ਵੀ ਗੁਣ ਨਹੀਂ, ਸਭ ਅਵਗੁਣ ਮੈਂ, ਗੁਣ ਨਹੀਂ ਕੋਈ, ਸਾਰੇ ਔਗਣ ਨੇ। ਨਿਰਗੁਣ ਯਾਰਾ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਮਹਾਰਾਜ ਸਤਿਗੁਰੂ ਦਰਸ਼ਨ ਦੇਖੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਦਿਨ ਨੀਤ। ਦਿਨ ਰਾਤ ਚਿਤ ਦੇਖਾਂ ਕਿ ਕਦੋਂ ਤੇਰੇ ਦੀਦਾਰ ਹੋਵਣ, ਕਦੋਂ ਮੇਲ ਹੋਵੇ। ਨਾਨਕ ਸਰਨ ਤੁਹਾਰੀ ਠਾਕੁਰ, ਸੇਵਕ ਦੁਆਰੈ ਆਇਓ। ਹੇ ਮੇਰੇ ਠਾਕੁਰ, ਮੈਂ ਸੇਵਕ ਤੇਰੇ ਦਰ ਦਾ ਕੂਕਰ, ਤੇਰੇ ਦੁਆਰੇ ਪਰ ਆਇਆ। ਦੂਰ ਦਾ ਪੈਂਡਾ ਕੋ ਆਇਆ, ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਤੇਰੀ ਸ਼ਰਨ ਵਿੱਚ ਆਏ ਖਾਂ, ਤੁਮਰੀ ਸਾਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ। ਦਇਆਲਾ ਨਾਨਕ ਕਰਕੇ ਗੋਲੇ, ਤੇਰੇ ਘਰ ਦੇ ਗੋਲੇ ਖਾਂ। ਇਹ ਸਤਿਗੁਰੂ ਤੇਰੇ ਦੁਆਰੇ ਆਏ ਖਾਂ, ਆਪ ਦੀ ਸ਼ਰਨ ਲਈ ਆਪ ਮਿਲਾ ਲਵੋ, ਕਿਉਂਕਿ ਤੂੰ ਵਿਛੜਿਆਂ ਨੂੰ ਮਿਲਾਉਂਦਾ। ਭਗਤ ਰਵੀਦਾਸ ਮਹਾਰਾਜ ਬੇਨਤੀਆਂ ਕਰਦੇ ਨੇ, ਇਹ ਪ੍ਰਭੂ ਗਰੀਬ ਨਵਾਜ ਬਹੁਤ ਜਨਮ ਵਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ ਤੇਰੇ ਦੀਦਾਰ ਕਰਿਆ, ਹੁਣ ਮਿਲਾ ਲੈ ਦਰਸ਼ਨ ਦੇ। ਇਹ ਪ੍ਰਭੂ ਪ੍ਰਤੱਖ ਪ੍ਰਗਟ ਹੋਏ, ਬਖਸ਼ਿਸ਼ਾਂ ਕੀਤੀਆਂ, ਕਿਉਂਕਿ ਜਿਨ੍ਹਾਂ ਨੇ ਗੁਰੂ ਅੱਗੇ ਅਰਦਾਸ ਕੀਤੀ। ਗੁਰੂ ਕੈਸਾ ਸਮਰੱਥ ਹੈ, ਉਹ ਤਾਂ ਹਾਜ਼ਰਾ ਹਜ਼ੂਰ ਹੈ, ਕਿਤੇ ਦੂਰ ਨਹੀਂ। ਬਾਬਾ ਜੀ ਨੇ ਬੇਨਤੀਆਂ ਕੀਤੀਆਂ, ਸਤਿਗੁਰੂ ਇਹ ਵੀ ਸਰੂਪ ਤੁਹਾਡਾ ਡਾਢਾ ਸੋਹਣਾ ਹੈ, ਉਸ ਸਰੂਪ ਦੇ ਵਿੱਚ ਦਰਸ਼ਨ ਦਿਓ। ਜੇ ਸਰੂਪ ਵਿੱਚ ਸੱਜਣ ਠੱਗ ਨੂੰ, ਭਾਈ ਲਾਲੋ ਨੂੰ, ਅਨੇਕਾਂ ਨੂੰ ਤੁਸੀਂ ਤਾਰਿਆ, ਬਖਸ਼ਿਸ਼ਾਂ ਕੀਤੀਆਂ। ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਪ੍ਰਗਟ ਹੋਏ, ਪ੍ਰਸ਼ਾਦ ਛਕਿਆ ਔਰ ਬਖਸ਼ਿਸ਼ਾਂ ਕੀਤੀਆਂ, ਕਿਉਂਕਿ ਉਹ ਮਾਲਕ ਹਾਜ਼ਰਾ ਹਜ਼ੂਰ ਹੈ, ਕਿਤੇ ਦੂਰ ਨਹੀਂ। ਗੌੜੀ ਮਹੱਲਾ ਪੰਜਵਾਂ। ਰੰਗ ਸੰਗ ਵੇਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਣੀ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਜੋ ਮਨਮੁਖ ਜੀਵ ਅਕਿਰਤ ਘਣ ਨੇ, ਵਾਹਿਗੁਰੂ ਦੇ ਕੀਤੇ ਪਰ ਉਪਕਾਰਾਂ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ, ਉਸ ਨੂੰ ਅਕਿਰਤ ਘਣ ਕਹਿੰਦੇ ਨੇ। ਜੋ ਕੀਤੇ ਨੂੰ ਜਾਣੇ ਨਾ। ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ, ਰੰਗ ਸੰਗ ਵੇਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਣੀ। ਇਹ ਜੀ ਵਿਸ਼ਿਆਂ ਵਿਕਾਰਾਂ ਦੇ ਭੋਗਾਂ ਦੇ ਸਾਥ ਰੰਗਿਆ ਗਿਆ, ਰੰਗ ਚੜ ਗਿਆ ਵਿਸ਼ਿਆਂ ਵਿਕਾਰਾਂ ਦਾ, ਬਿਖ ਸੰਚ ਦਾ ਬਿਖ ਬੋਲਦਾ ਹੈ।
ਧੀ ਰਸਨਾ ਵਿੱਚ ਵੀ ਵਿਖ ਹੈ। ਪਾਤਸ਼ਾਹ ਫਰਮਾਉਂਦੇ ਨੇ, ਵਿਖੈ ਬਨ ਫੀਕਾ ਤਿਆਗ ਰੀ ਸਖੀਏ। ਇਹ ਸਖੀਏ ਵਿਸ਼ਿਆ ਵਕਾਰ, ਇਹ ਫਿੱਕੇ ਰਸ ਨੇ ਛੱਡ ਦੇ ਤਿਆਗ। ਵਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮੋਹਾ ਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਤੈਨੂੰ ਸੁੱਖ ਨਸੀਬ ਨਹੀਂ ਹੋਣਾ। ਇਹ ਰਸ ਮਿੱਠੇ ਕਰਕੇ ਭੋਗਦਾ, ਇਹ ਦੁੱਖਾਂ ਦਾ ਕਾਰਨ ਨੇ। ਕਿਉਂਕਿ ਉਹ ਵਿਖ ਹੀ ਬੋਲਦਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਉਹ ਫਿੱਕੇ ਬਚਨ ਵੀ ਬੋਲੇਗਾ। ਕਿਉਂਕਿ ਵਿਸ਼ਿਆਂ ਵਕਾਰਾਂ ਵਿੱਚ ਗ੍ਰਸਿਆ ਤਾਂ ਤਨ ਤੇ ਮਨ ਵੀ ਫਿੱਕਾ, ਰੰਗ ਨਹੀਂ ਲੱਗਿਆ। ਪਾਤਸ਼ਾਹ ਫਰਮਾਉਂਦੇ ਨੇ, ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਣੀ। ਇਨ ਵਿਸ਼ਿਆਂ ਵਕਾਰਾਂ ਦੇ ਸੰਗ ਕਰਕੇ ਅੰਧੇ ਜੀਵ ਨੇ। ਕਿਉਂਕਿ ਮਨੁੱਖ ਭਾਵੇਂ ਉਸਨੂੰ ਨੇਤਰਾਂ ਤੋਂ ਦੀਂਦਾ ਹੈ, ਬੜਾ ਅਕਲਵਾਨ, ਬੜਾ ਸਿਆਣਾ ਚਤੁਰ, ਪਰ ਸਤਿਗੁਰੂ ਉਸਨੂੰ ਅੰਧਾ ਕਹਿੰਦੇ ਨੇ। ਅੰਧਾ ਉਸ ਨੂੰ ਨਹੀਂ ਆਖਿਆ ਜਿਸ ਨੂੰ ਨੇਤਰਾਂ ਤੋਂ ਦੀ ਦੀਂਦਾ। ਜੋ ਪਰਮੇਸ਼ਰ ਤੋਂ ਬੇਮੁਖ ਹੋਇਆ ਉਹ ਅੰਧਾ ਹੈ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਏ ਨੇ ਨਾਹੇ, ਅੰਧੇ ਸਹੀ ਨਾਨਕਾ ਖਸਮੋਂ ਕੁੱਥੇ ਜਾ ਕੇ। ਜੋ ਵਾਹਿਗੁਰੂ ਤੋਂ ਬੇਮੁਖ ਅੰਧੇ ਨੇ, ਉਸ ਅੰਧੇ ਜੀਵ ਨੇ ਬਾਤ ਨਹੀਂ ਜਾਣੀ ਕਿ ਮੇਰੀ ਅਵਸਥਾ, ਮੇਰੀ ਆਦ ਵਾਲਾ ਅਮੋਲਕ ਜਨਮ ਵਿਅਰਥ ਜਾ ਰਿਹਾ ਹੈ, ਇਸ ਦਾ ਲਾਹਾ ਲੈ ਲਵਾਂ। ਖੋ ਸਾਂਚੋ ਖੋ ਖਾਟ ਦਾ, ਸਗਲੀ ਅਵਧ ਬੇਹਾਨੀ। ਪਾਤਸ਼ਾਹ ਫਰਮਾਉਂਦੇ ਨੇ, ਹਉ ਸਾਂਚੋ ਹਉ ਖਾਟਤਾ, ਸਗਲੀ ਅਬਦ ਬੇਹਾਨੀ। ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਹਿੰਦੇ ਨੇ, ਭਾਈ ਉਹ ਮਨਮੁਖ ਕਹਿੰਦਾ ਹੈ ਮੈਂ ਮਾਇਆ ਕਤਲ ਕਰਦਾ ਹਾਂ, ਵੱਡਾ ਧਨੀ ਸ਼ਾਹੂਕਾਰ ਹਾਂ, ਮੈਂ ਖੱਟਦਾ ਹਾਂ। ਐਸੀ ਬਕਵਾਦ ਕਰਦੇ ਦੀ ਸੰਪੂਰਨ ਔਧ ਵਿਹਾ ਗਈ। ਭਾਵ ਆਦ ਬਲਾ ਬਤੀਤ ਹੋ ਗਈ ਕਿ ਮੈਂ ਖਟਿਆ, ਮੈਂ ਧਨ ਜੋੜਿਆ। ਇਸ ਤਰ੍ਹਾਂ ਸਾਰੀ ਆਦ ਬਲਾ ਬਤੀਤ ਕਰ ਦਿੱਤੀ। ਆਪਣੇ ਆਪ ਨੂੰ ਕਰਤਾ ਮੰਨ ਲੈਂਦਾ, ਪਰ ਕਰਤਾ ਮਨੁੱਖ ਆਪ ਨਹੀਂ ਹੈ, ਕਰਨ ਖਾਲਤਾ ਪ੍ਰਭੂ ਹੈ। ਖੋ ਸੂਰਾ ਪ੍ਰਧਾਨ ਖੋ ਕੋ ਨਾਹੀ ਮੁਝੈ ਸਮਾਨੀ। ਖੋ ਸੂਰਾ ਪ੍ਰਧਾਨ ਖੋ ਕੋ ਨਾਹੀ ਮੁਝੈ ਸਮਾਨੀ। ਮੈਂ ਸੂਰਬੀਰ, ਮੈਂ ਪ੍ਰਧਾਨ ਹੂੰ, ਮੇਰੇ ਸਮਾਨ ਕੋਈ ਨਹੀਂ। ਕਿਉਂਕਿ ਮਨਮੁਖ ਦੀ ਐਸੀ ਰੀਤ ਹੋ ਜਾਂਦੀ ਹੈ, ਐਸੇ ਉਹ ਬਕਵਾਸ ਦੇ ਬਚਨ ਬੋਲਦਾ ਹੈ। ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਝੈ ਸਮਾਨੀ। ਮੈਂ ਸੂਰਬੀਰ ਖਾਂ, ਮੈਂ ਮੁੱਖ ਪ੍ਰਧਾਨ ਬੜਾ ਸਿਆਣਾ, ਮੇਰੇ ਸਮਾਨ ਕੋਈ ਦੂਜਾ ਨਹੀਂ। ਜੋ ਬਨਵੰਤ ਅਚਾਰ ਕਲੀਨਾ, ਮਨ ਮਹਿ ਹੋਏ ਗੁਮਾਨੀ। ਪਾਤਸ਼ਾਹ ਫਰਮਾਉਂਦੇ ਨੇ, ਮੈਂ ਜਵਾਨ ਖਾਂ, ਵੱਡੀ ਕੁੱਲ ਵਿੱਚ ਮੇਰਾ ਜਨਮ ਹੋਇਆ, ਚੰਗੇ ਕਰਮਾਂ ਵਾਲਾ ਖਾਂ, ਧਨ ਪਦਾਰਥ ਬੜੇ ਨੇ, ਬੜੀ ਪ੍ਰਭਤਾ। ਐਸੇ ਮਨ ਵਿੱਚ ਸਮਝ ਕੇ ਹੰਕਾਰੀ ਹੋ ਜਾਂਦਾ ਹੈ। ਕਿਉਂਕਿ ਹੰਕਾਰ ਹੋਣ ਦਾ ਵੀ ਇਹ ਕਾਰਨ ਬਣਦਾ ਹੈ ਕਿ ਮੈਂ ਜਵਾਨ ਬਲ ਵਾਲਾ, ਵੱਡੀ ਕੁੱਲ ਵਿੱਚ ਜਨਮ ਹੋਇਆ, ਚੰਗੇ ਕਰਮਾਂ ਵਾਲਾ। ਤੇ ਮਨ ਵਿੱਚ ਸਮਝਦਾ ਹੈ ਉਹ ਸਾਕਤ ਮਨਮੁਖ, ਫਿਰ ਹੰਕਾਰੀ ਬਣ ਜਾਂਦਾ ਹੈ। ਜਿਉ ਉਲਝਾਇਓ ਬਾਲ ਬੁੱਧ, ਕਾਮ ਰਤਿਆਂ ਨਹੀਂ ਬਿਸਰਾਨੀ। ਨਾਸ ਬੁੱਧੀ ਅਗਿਆਨੀ ਜਿਉਂ ਵਿਸ਼ਿਆਂ ਵਿੱਚ ਫਸਿਆ ਹੋਇਆ ਔਰ ਕਾਮਨਾ ਵਿੱਚ ਖਚਤ ਹੋਏ ਨੇ, ਹੰਤਾ ਮਮਤਾ ਨਹੀਂ ਦੂਰ ਕੀਤੀ। ਕਹੀਂ ਬਾਲ ਬੁੱਧੀ, ਜੋ ਪਾਤਸ਼ਾਹ ਫਰਮਾਉਂਦੇ ਨੇ, ਇਹ ਵੀ ਪਾਠ ਹੁੰਦਾ ਹੈ। ਜਿਉਂ ਉਲਝਾਇਓ ਬਾਲ ਬੁੱਧ, ਕਾਮ ਰਤਿਆਂ ਨਹੀਂ ਬਿਸਰਾਨੀ। ਉਹ ਬਾਲਕ ਪੁਣੇ ਦੀ ਰੀਤੀ ਸੀ, ਸੋ ਇਸ ਜੀਵ ਨੇ ਮਰਦਿਆਂ ਤੱਕ ਵੀ ਨਹੀਂ ਵਿਸਾਰੀ। ਉਹ ਬਾਲਕ ਦੀ ਨਿਆਈ ਇਹ ਆਣਾ ਹੀ ਰਿਹਾ,
ਭਾਵੇਂ ਜਨਮ ਹੋਇਆ ਬੁੱਢਾ ਹੋ ਗਿਆ, ਕਿਉਂਕਿ ਉਸਦੇ ਕੰਮ ਇਆਣਿਆਂ ਵਾਲੇ ਸੀ। ਜੋ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਬਖਸ਼ੀਸ਼ਾਂ ਕਰ ਦਿੱਤੀਆਂ ਕਿ ਤੁਸੀਂ ਬੜੇ ਸਿਆਣੇ, ਬਾਬਾ ਬੁੱਢਾ ਜੀ ਦਾ ਖਿਤਾਬ ਦਿੱਤਾ, ਕਿਉਂਕਿ ਸਿਆਣੀ ਗੱਲ, ਸਿਆਣਾ ਬਚਨ ਕੀਤਾ, ਕਿਉਂਕਿ ਉਹ ਮਾਲਕ ਜਾਣਦਾ ਉੱਥੇ ਆਦ ਬਲਾ ਦੀ ਗੱਲ ਨਹੀਂ। ਭਾਵੇਂ ਬਾਲਕ ਹੈ ਭਾਵੇਂ ਸਿਆਣਾ ਹੈ, ਵੱਡੀ ਉਮਰ ਦਾ ਹੈ, ਪਰ ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ, ਖੋਂ ਸੂਰਾ ਪ੍ਰਧਾਨ ਖੋਂ ਕੋ ਨਾਹੀ ਮੁਝੈ ਸਮਾਨੀ, ਜੋਬਨਵੰਤ ਆਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ, ਜਿਉਂ ਉਲਝਾਇਓ ਬਾਲ ਬੁੱਧ ਕਾਮ ਰਤਿਆ ਨਹੀਂ ਵਿਸਰਾਨੀ। ਉਹ ਬਾਲਕ ਦੀ ਨਹੀਂ ਆਈ, ਇਆਣਾ ਸੋਝੀ ਨਹੀਂ। ਉਸ ਜੀਵ ਨੇ ਜਨਮ ਤੋਂ ਮਰਨ ਤੱਕ ਬਾਲਕ ਪੁਣਾ ਨਹੀਂ ਦੂਰ ਹੋਇਆ, ਇਆਣਾ ਪੁਣਾ, ਕਿਉਂਕਿ ਗੁਰ ਸ਼ਬਦੀ ਗੁਰਮਤੀਆ ਨਹੀਂ ਬਣਿਆ। ਭਾਈ ਮੀਤ ਬੰਧ ਬਸਕੇ ਪਾਛੈ ਤਿਨਹੂ ਕੋ ਸੰਪਾਨੀ। ਭਾਈ ਮਿੱਤਰ ਸੰਬੰਧੀ ਸਮੀਪੀ ਮਿੱਤਰ ਨੇ ਜੋ ਮਰਨੇ ਦੇ ਉਪਰੰਤ ਸਰਬ ਸਮੱਗਰੀ ਜਿਸ ਵਿੱਚ ਮਮਤਾ ਸੀ ਤਿਨਾਂ ਨੂੰ ਹੀ ਸੌਂਪੀ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਸ ਵਾਸਨਾ ਵਿੱਚ ਮਨ ਲੱਗਿਆ ਹੋਇਆ ਸੀ ਅੰਤ ਨੂੰ ਭਾਈ ਉਹ ਪ੍ਰਗਟ ਹੋ ਜਾਂਦੀ। ਮੈਂ ਦੁਨੀ ਚੰਦ ਦਾ ਪਿਤਾ ਬਘਿਆੜ ਦੀ ਜੂਨੀ ਵਿੱਚ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਤੂੰ ਸਰਾਧ ਕਰਦਾ ਹੈ, ਤੇਰਾ ਪਿਤਾ ਤਾਂ ਕਈ ਦਿਨਾਂ ਦਾ ਭੁੱਖਾ ਹੈ, ਇਹ ਪ੍ਰਸ਼ਾਦ ਲੈ ਜਾ। ਲਾਨੀ ਜਗ੍ਹਾ ਇਸ ਝਾੜੀ ਵਿੱਚ ਡਰੀ ਨਾ ਆਵਾਜ਼ ਦਈ, ਬਾਹਰ ਆ ਜਾਵੇਗਾ ਤੈਨੂੰ ਕੁਝ ਨਹੀਂ ਕਹੇਗਾ। ਜਦੋਂ ਆਵਾਜ਼ ਦਿੱਤੀ, ਨੇਤਰ ਦੇਖੇ, ਨੇਤਰਾਂ ਨਾਲ ਨੇਤਰ ਮਿਲੇ ਕਿ ਪਿਤਾ ਹੈ। ਬਘਿਆੜ ਦੀ ਜੂਦੀ ਵਿੱਚ ਪ੍ਰਸ਼ਾਦ ਸਤਿਗੁਰਾਂ ਨੇ ਬਖਸ਼ਿਆ ਸੀ, ਵੇਹ ਦੀ ਨਜ਼ਰ ਹੋਈ, ਛਕਿਆ ਤਤਕਾਲ ਡਿੱਗ ਪਿਆ। ਫਿਰ ਰੂਹ ਨਿਕਲੀ, ਫਿਰ ਬਚਨ ਕੀਤੇ, ਪੁੱਤਰ ਜਲਦੀ ਘਰ ਜਾ। ਜੋ ਘਰ ਆਏ ਨੇ ਉਹ ਰੱਬ ਦੇ ਪਿਆਰੇ, ਆਪ ਨਿਰੰਕਾਰ ਨੇ। ਮੈਨੂੰ ਤਾਰਿਆ ਤੂੰ ਵੀ ਤਾਰ, ਬਚਨ ਮਨ ਆਉਂਦਾ ਦਾ ਤਰ ਜਾਵੇਂਗਾ, ਸੇਵਾ ਕਰ। ਫਿਰ ਬਖਸ਼ੀਸ਼ਾਂ ਲਈਆਂ। ਫਿਰ ਭਾਈ ਦੁਨੀ ਚੰਦ ਨੇ ਪੁੱਛਿਆ ਵੀ, ਸਤਿਗੁਰੂ ਮੇਰੇ ਪਿਤਾ ਦੀ ਜੂਨੀ ਕਿਉਂ ਪਈ? ਪਾਤਸ਼ਾਹ ਕਹਿਣ ਲੱਗੇ, ਜਦੋਂ ਸਮਾਂ ਆਇਆ, ਕਿਉਂਕਿ ਸਵਾਸ ਗਿਣਤੀ ਮਿਣਤੀ ਦੇ ਨੇ, ਗੁਆਂਢੀਆਂ ਦੇ ਘਰ ਮਾਸ ਰਿੱਝ ਰਿਹਾ ਸੀ, ਤੀ ਸੁਤਾ ਮਾਸ ਕੰਨੀ ਚਲੀ ਗਈ। ਸੈਕੰਡ ਅਤਕਾਲ ਮ੍ਰਿਤੂ ਹੋਇਆ, ਫਿਰ ਬਘਿਆੜ ਦੀ ਜੂਨੀ ਪਈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜੋ ਮਨ ਵਾਸਨਾਵਾਂ ਵਿੱਚ ਲੱਗਿਆ ਹੈ ਅੰਤ ਵੇਲੇ ਉਹ ਪ੍ਰਗਟ ਹੋਣੀ ਹੈ। ਜੋ ਦਿਨ ਰਾਤ ਮਨੁੱਖ ਧੰਦਿਆਂ ਵਿਹਾਰਾਂ ਵਿੱਚ ਉਲਝਿਆ ਰਹਿੰਦਾ, ਫਿਰ ਰਾਤ ਨੂੰ ਸੁਪਨੇ ਵੀ ਵੈਸੇ ਆਉਂਦੇ ਨੇ। ਫਿਰ ਵੈਸੀ ਜੂਨੀ ਪੈਂਦੀ ਹੈ ਜਦੋਂ ਮ੍ਰਿਤਕ ਹੁੰਦਾ, ਕਿਉਂਕਿ ਜਪਿਆ ਨਹੀਂ, ਮਨ ਸਚੇਰੀ ਯਾਦ ਵਿੱਚ ਨਹੀਂ ਜੁੜਿਆ। ਪਾਤਸ਼ਾਹ ਫਰਮਾਉਂਦੇ ਨੇ, ਅਹੰ ਬੁੱਧ ਸੋਚ ਕਰਮ ਕਰ ਇਹ ਬੰਧਨ ਬੰਧਾਨੀ। ਪਾਤਸ਼ਾਹ ਫਰਮਾਉਂਦੇ ਨੇ, ਹੰਕਾਰ ਬੁੱਧੀ ਨੂੰ ਧਾਰ ਕੇ ਪਾਵਨਤਾ ਜੋ ਅਨੇਕ ਪ੍ਰਕਾਰ ਦੇ ਕਰਮ ਵੀ ਕਰਦਾ ਹੈ ਪਰ ਹੰਕਾਰੀ ਹੈ, ਇਹ ਤਾਂ ਬੰਧਨ ਰੂਪ ਨੇ। ਪਾਤਸ਼ਾਹ ਕਹਿੰਦੇ ਨੇ, ਜਿਸ ਕਰਕੇ ਜੀਵ ਦੀ ਬੁੱਧੀ ਬੰਧਾਏ ਮਾਨ ਹੋ ਗਈ। ਬੇਨਤੀ ਕੀਤੀ, ਪਾਤਸ਼ਾਹ ਉਹ ਪੁਰਸ਼ ਫਿਰ ਬੰਧਨਾਂ ਤੋਂ ਰਹਿਤ ਕਿਵੇਂ ਹੋਵੇਗਾ? ਇਹ ਵੀ ਕਿਰਪਾ ਕਰੋ। ਪਾਤਸ਼ਾਹ ਕਹਿਣ ਲੱਗੇ, ਦਇਆਲ ਪੁਰਖ ਕਿਰਪਾ ਕਰੋ, ਨਾਨਕ ਦਾਸ ਦਸਾਨੀ ਜੁਮਲਾ। ਦਇਆਲ ਪੁਰਖ ਕਿਰਪਾ ਕਰੋ, ਨਾਨਕ ਦਾਸ ਦਸਾਨੀ। ਬੇਨਤੀ ਕਰੀਏ ਉਸ ਵਾਹਿਗੁਰੂ ਅੱਗੇ, ਹੇ ਮੇਰੇ ਪਰਿਪੂਰਨ ਪਰਮਾਤਮਾ, ਮੇਰੇ ਵਾਹਿਗੁਰੂ ਐਸੀ ਕਿਰਪਾ ਕਰੋ ਜੋ ਹੰਕਾਰ ਨਾਸ ਹੋ ਜਾਵੇ। ਮੈਂ ਤੇਰੇ ਦਾਸਾਂ ਦਾ ਦਾਸ ਹਾਂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦਿ।
ਰਾਗ ਗੌੜੀ ਪੂਰਬੀ ਸ਼ੰਤ ਮਹਲਾ ਪਹਿਲਾ। ਮੁੰਦ ਰੈਣ ਦੁਹੇਲੜੀਆ ਜਿਉ ਨੀਂਦ ਨਾ ਆਵੈ। ਸਾਤਨ ਦੁਬਲੀਆ ਜਿਉ ਪਿਰ ਕੈ ਆਵੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਨੇ। ਮੁੰਦ ਰੈਣ ਦੁਹੇਲੜੀਆ ਜਿਉ ਨੀਂਦ ਨਾ ਆਵੈ। ਜਿਸ ਜੀਵ ਰੂਪੀ ਇਸਤਰੀ ਦੀ ਅਵਸਥਾ ਰੂਪੀ ਰਾਤ ਦੀ ਦੁੱਖ ਰੂਪ ਹੈ, ਕਿਉਂਕਿ ਜਗਤ ਇਸਤਰੀ ਦੀ ਨਿਆਈ ਪੁਰਖ ਇੱਕ ਪਰਮਾਤਮਾ ਹੈ। ਇਸ ਨੂੰ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ। ਪਤੀ ਦੇ ਹੋਂਕੇ ਝੋਰੇ ਕਰਕੇ ਇਸਤਰੀ ਕ੍ਰਿਸਕ ਹੋ ਰਹੀ ਹੈ। ਖਲਕ ਸੋਗ ਸਦਾ ਬਣਿਆ ਰਹਿੰਦਾ। ਧਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੇ। ਸਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੈ ਨਾ ਲੇਖੇ। ਪਤੀ ਦੇ ਹੌਂਕੇ ਵਿੱਚ ਜੀਵ ਰੂਪੀ ਇਸਤਰੀ ਦੁਬਲੀ ਹੋ ਜਾਂਦੀ ਹੈ। ਸੋ ਪਤੀ ਨੂੰ ਕਿਸ ਪ੍ਰਕਾਰ ਦੇ ਤਰ੍ਹਾਂ ਕਰਕੇ ਦੇਖੇ। ਨਾਨਾ ਸ਼ਿੰਗਾਰ ਮਿੱਠੇ ਰਸ ਭੋਜਨਾਂ ਦੇ ਭੋਗਣੇ ਇਹ ਸਭ ਝੂਠੇ ਨੇ ਭਾਈ। ਪਤੀ ਤੋਂ ਬਿਨਾਂ ਕਿਸੇ ਵੀ ਲੇਖੇ ਵਿੱਚ ਨਹੀਂ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾਂ ਥਣੀ ਨਾ ਆਵੇ। ਜੀਵ ਇਸਤਰੀ ਜਵਾਨੀ ਦੇ ਹੰਕਾਰ ਰੂਪੀ ਸ਼ਰਾਬ ਦੀ ਮਸਤੀ ਨੇ ਗਾਲ ਦਿੱਤੀ। ਜਿਸ ਜਵਾਨੀ ਦਾ ਹੰਕਾਰ ਕਰਦੀ ਸੋ ਕੈਸੀ ਹੈ ਜੈਸੇ ਚੋਆ ਹੋਇਆ ਦੁੱਧ। ਉਹ ਨਹੀਂ ਛਿਦਰਾਂ ਦੁਆਰਾ ਫਿਰ ਅਸਤਨਾਂ ਵਿੱਚ ਨਹੀਂ ਆਉਂਦਾ। ਜਵਾਨੀ ਇੱਕ ਵਾਰ ਆਈ ਦੁਬਾਰਾ ਨਹੀਂ ਆਉਣੀ। ਪਾਤਸ਼ਾਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਵੀ ਦੁੱਧ ਚੋਇਆ ਹੋਇਆ ਛਿਦਰਾਂ ਦੁਆਰਾ ਫਿਰ ਅਸਥਾਨਾਂ ਵਿੱਚ ਨਹੀਂ ਆਉਂਦਾ। ਤੈਸੇ ਸਰੀਰ ਵਿੱਚੋਂ ਜਵਾਨੀ ਨਹੀਂ ਆਉਂਦੀ ਜੋ ਇਸ ਵਿੱਚ ਖੋ ਕੇ ਚਲੀ ਗਈ। ਭਾਵੇਂ ਕਿ ਜੁਵਾ ਨੂੰ ਪਾ ਕੇ ਭਜਨ ਕਰ ਲੈ। ਪਰਮੇਸ਼ਰ ਦੀ ਯਾਦ ਵਿੱਚ ਜੁੜ ਨਾਮ ਜਪ ਲੈ। ਨਾਨਕ ਸਾਤਨ ਮਿਲੈ ਮਿਲਾਈ ਬਿਨ ਪਿਰ ਨੀਂਦ ਨਾ ਆਵੇ। ਜਿਸਨੂੰ ਪਤੀ ਦੀ ਪ੍ਰਾਪਤੀ ਬਿਨਾ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਉਹ ਇਸਤਰੀ ਗੁਰੂ ਦੀ ਮਲਾਈ ਹੋਈ ਭਾਈ ਮਿਲਦੀ ਹੈ। ਮੋਂਦ ਨ ਮਾਨੜੀਆ ਜੀਓ ਬਿਨ ਧਨੀ ਪਿਆਰੇ। ਕਿਉਂ ਸੁਖ ਪਾਵੈਗੀ ਬਿਨ ਔਰ ਤਾਰੇ। ਜੀਵ ਰੂਪ ਇਸਤਰੀ ਪਿਆਰੇ ਮਾਲਕ ਤੋਂ ਬਿਨਾ ਮਾਣ ਤੋਂ ਰਹਿਤ ਹੈ। ਕਿਉਂਕਿ ਮਾਲਕ ਨਹੀਂ ਜਿਸਦਾ। ਕਿਸ ਦੇ ਵਿੱਚ ਧਾਰੇ ਬਿਨਾ ਕੈਸੇ ਸੁੱਖ ਨੂੰ ਪ੍ਰਾਪਤ ਹੋਵੇਗੀ। ਨਹੀਂ ਸੁੱਖ ਮਿਲਦੇ। ਨਾ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆਂ। ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੇ ਸਾਚ ਸਹੇਲੀਆਂ। ਭਗਤੇ ਵਿਖੇ ਪ੍ਰੇਮ ਕੀਤੇ ਤੋਂ ਬਿਨਾ ਘਰ ਵਾਸ ਨਹੀਂ। ਪਰਮੇਸ਼ਰ ਦੀਆਂ ਪਿਆਰੀਆਂ ਕੌਣ ਨੇ? ਰੱਬ ਦੇ ਜੋ ਸੰਤ ਜਨ ਨੇ, ਭਗਤ ਨੇ। ਉਹ ਪਰਮੇਸ਼ਰ ਦੀਆਂ ਪਿਆਰੀਆਂ ਸਖੀਆਂ ਨੇ। ਚਾਹੇ ਤਿਨਾਂ ਨੂੰ ਭਾਈ ਪੁੱਛ ਲਵੋ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਨਾਮ ਦੀ ਪ੍ਰੀਤੀ ਤੋਂ ਬਿਨਾ ਪਤੀ ਪਰਮੇਸ਼ਰ ਜੀਵ ਵਿੱਚ ਪਿਆਰ ਨਹੀਂ ਕਰਦਾ। ਜਿਨ੍ਹਾਂ ਦੇ ਚਿੱਤ ਵਿੱਚ ਸੱਚਾ ਨਾਮ ਵਸਦਾ ਉਹ ਸੁਖੀ ਹੋਈਆਂ ਨੇ। ਸੱਚ ਮਨ ਸੱਜਣ ਸੰਤੋਖ ਵੇਲਾ ਗੁਰਮਤੀ ਸੋ ਜਾਣਿਆ। ਨਾਨਕ ਨਾਮ ਨ ਛੋੜੈ ਸਾਤਨ ਨਾਮ ਸਹਿਜ ਸਮਾਣਿਆ। ਜਿਨ ਸੱਜਣ ਸੰਤਾਂ ਨੇ ਸੰਤੋਖ ਨੂੰ ਧਾਰਨ ਕੀਤਾ, ਸੱਚ ਨੂੰ ਮਨਨ ਕੀਤਾ, ਵਿਸ਼ਿਆਂ ਤੋਂ ਬਿਰਕਤ ਹੋ ਗਏ। ਜਿਨ੍ਹਾਂ ਨੇ ਤਿਸ ਦਾ ਸੰਗ ਕੀਤਾ ਤੈਨ ਗੁਰੂ ਸਿੱਖਿਆ ਵਾਲਿਆਂ ਨੇ ਭਗਤਾ ਪਰਮੇਸ਼ਰ ਜਾਣਿਆ। ਸੋ ਜੀਵ ਰੂਪ ਇਸਤਰੀਆਂ ਨਾਮ ਨੂੰ ਨਹੀਂ ਛੱਡਦੀਆਂ ਤੇ ਨਾਮੀ ਪਰਮੇਸ਼ਰ ਵਿੱਚ ਸੁਭਾਵਕ ਹੀ ਅਭੇਦ ਹੋ ਗਈਆਂ।
मिल सखी सहेलड़ियो हम पिर रावेगा। गुर पुछ लिखोगी जियो शब्द सनेहा। ये प्यारियो सखियो क्या के जगियासू उसी ते असी मिल के पति का रावणा करिए गुण गाइए प्रभु दे। उपदेश लैना रूप समाचार गुरु तो पुछ के लिखांगे साधन करांगे। शब्द साचा गुर दिखाया मन मुखी पछताणिया। देख सजा तो रह अस्थिर जाम सच पछाणिया। सच्चा ब्रह्म गुरु ने गुरमुख सखियां नूं दिखाया। मनमुखी पश्चाताप करदियां पछताउंदियां ने जो मनमुख ने। चंचल जो मन अनेक संकल्प करदा होया कहीं कहीं भरमदा सो तब वास्ते रहिंदा जब सच स्वरूप नूं पहचानिया जावे। साच कीमत सदा नौतन शब्द ने हो नवेलियो। नानक नदरी सहज साचा मिलो सखी सहेलियो। सच की सिक्ख्या सदा नित नवीन होंदी और गुरु के उपदेश ब्रह्म दे विच प्रेम होने का भी कोई समा नहीं। जब हो आवे तब उत्तम है। ये सखी सहेली संत जनों सच्चा वाहिगुरु जो नदर दे कहने वाला नूं ज्ञान करके मिलना करो और अति बख्शीशा मिलदियां ने। मेरी इच पुनी जियो हम कर साजन आया। मिलवर नारी मंगल गाया। गुण गाए मंगल प्रेम रहसी मुंद मन उमाहयो। साजन रहंसे दुष्ट व्यापे साच जप सच लाहयो। कर जोड़ साधन करे बेनती रैन दिन रस पिनियो। नानक पेर तन कर है रलियां इस मेरी पुनियो। मैत्री जो खत जोड़ के बेनती करती सी सो अब तिसदे आनंद विच दिन रात पिनी। मैत्री पति परमेश्वर साथ मिल के खुशियां कर रखी कि पति मिलाप की इच्छा मेरी पूर्ण होई। सतगुरु के उपदेश ते चलीए गुर शब्दी गुरमतीए बणीए। नाम नूं जपीए संग करिए सतपुरुषां दा अपना अमोलक जन्म सफल हो जावेगा। के अचुत अविनाशी अगनाश के पूरन के सर्ब में दुख भंजन गुणता।